ਇਸ ਵੀਡੀਓ ਰਾਹੀਂ ਅਸੀਂ ਪਾਠ ਨੰਬਰ 10 ਲੋਕਤੰਤਰ ਅਤੇ ਮਹੱਤਵ ਦਾ ਜੋ ਅੱਜ ਕੰਮ ਆਇਆ, ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ, ਉਸ ਬਾਰੇ ਪੜ੍ਹਾਂਗੇ। ਖੇਤਰਵਾਦ। ਖੇਤਰੀਵਾਦ ਦੀ ਭਾਵਨਾ ਲੋਕਾਂ ਦੀ ਸੋਚ ਨੂੰ ਸੰਕੀਰਨ ਬਣਾ ਦਿੰਦੀ ਹੈ, ਜਿਸ ਨਾਲ ਰਾਸ਼ਟਰੀ ਏਕਤਾ ਭੰਗ ਹੁੰਦੀ ਹੈ। ਖੇਤਰਵਾਦ ਹੁੰਦਾ ਆਪਣੇ ਆਪਣੇ ਏਰੀਏ ਦਾ ਭਾਵ, ਜਿਵੇਂ ਅਸੀਂ ਪੰਜਾਬ ਸਟੇਟ ਨੂੰ ਬਿਲੋਂਗ ਕਰਦੇ ਹਾਂ ਤਾਂ ਸਿਰਫ ਅਸੀਂ ਆਪਣੇ ਖੇਤਰ ਤੱਕ ਹੀ ਸੀਮਿਤ ਰਹਿ ਜਾਈਏ ਕਿ ਅਸੀਂ ਪੰਜਾਬੀ, ਅਸੀਂ ਬਿਹਾਰੀਆਂ ਤੋਂ ਕੀ ਲੈਣਾ, ਅਸੀਂ ਯੂਪੀਆਂ ਤੋਂ ਕੀ ਲੈਣਾ, ਅਤੇ ਅਸੀਂ ਨੇ ਰਾਜਸਥਾਨ ਦੇ ਲੋਕਾਂ ਤੋਂ ਕੀ ਲੈਣਾ, ਉਹਨਾਂ ਨਾਲ ਨਫ਼ਰਤ ਕਰਨੀ, ਉਹਨਾਂ ਨੂੰ ਆਪਣੇ ਰਾਜ ਦੇ ਵਿੱਚ ਵੜਨ ਨਾ ਦੇਣਾ। ਤਾਂ ਫਿਰ ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਫਿਰ ਸਾਨੂੰ ਕੋਈ ਹੋਰ ਸਟੇਟ ਦਾ, ਕੋਈ ਹੋਰ ਰਾਜ ਦਾ ਸਾਨੂੰ ਕਿਵੇਂ ਆਪਣੇ ਰਾਜ ਦੇ ਵਿੱਚ ਦਾਖਲ ਹੋਣ ਦੇਵੇਗਾ। ਜੋ ਖੇਤਰਵਾਦ ਦੀ ਭਾਵਨਾ, ਇਹ ਲੋਕਤੰਤਰ ਦੇ ਰਾਹ ਵਿੱਚ ਬਹੁਤ ਵੱਡੀ ਰੁਕਾਵਟ ਹੈ। ਆਪਣੇ ਖੇਤਰ ਤੱਕ ਹੀ ਸੀਮਿਤ ਹੋ ਜਾਣਾ ਸੰਕੀਰਨ ਹੁੰਦਾ, ਸੋਚ ਨੂੰ ਛੋਟਾ ਕਰਨਾ, ਸਿਰਫ ਅਤੇ ਸਿਰਫ ਆਪਣੇ ਤੱਕ ਹੀ ਸੀਮਿਤ ਰਹਿਣਾ, ਨਾ ਕਿ ਆਪਣੀ ਸੋਚ ਨੂੰ ਬਾਹਰ ਵੱਲ ਲੈ ਕੇ ਜਾਣਾ। ਤਾਂ ਜੋ ਖੇਤਰਵਾਦ ਹੈ, ਇਹ ਲੋਕਾਂ ਦੀ ਸੋਚ ਨੂੰ ਛੋਟਾ ਭਾਵ ਨੈਗੇਟਿਵ ਬਣਾਉਂਦਾ ਹੈ, ਸਿਰਫ ਆਪਣੇ ਖੇਤਰ ਤੱਕ ਹੀ ਸੀਮਿਤ ਰੱਖ ਦਿੰਦਾ ਹੈ ਅਤੇ ਬਾਕੀ ਭਾਈਚਾਰੇ ਦੇ ਲਈ ਇਹ ਬਹੁਤ ਵੱਡੀ ਰੁਕਾਵਟ ਹੈ। ਬਿਮਾਰੀ। ਲੰਬੀ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਲੋਕਤੰਤਰਿਕ ਮਾਮਲਿਆਂ ਵਿੱਚ ਕੋਈ ਰੁਚੀ ਨਹੀਂ ਹੁੰਦੀ। ਜਿਹੜਾ ਵਿਅਕਤੀ ਕਿਸੇ ਬਿਮਾਰੀ ਨਾਲ ਜੂਝ ਰਿਹਾ, ਉਸ ਨੂੰ ਤਾਂ ਆਪਣੀ ਬਿਮਾਰੀ ਤੱਕ ਹੀ ਖਿਆਲ ਹੁੰਦਾ ਕਿ ਮੈਂ ਠੀਕ ਹੋ ਜਾਂ, ਕਿਵੇਂ ਠੀਕ ਹੋਵਾਂ, ਕਿੱਥੋਂ ਠੀਕ ਹੋਵਾਂ। ਅਤੇ ਉਹ ਲੋਕਤੰਤਰ ਲੋਕਾਂ ਦਾ ਤੰਤਰ, ਫਿਰ ਉਹ ਲੋਕ ਤਾਂ ਉਸ ਤੰਤਰ ਤੋਂ ਲਗਭਗ ਬਾਹਰ ਹੀ ਹੋ ਜਾਂਦੇ ਨੇ। ਉਹ ਤਾਂ ਸਿਰਫ ਆਪਣੀ ਬਿਮਾਰੀ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਨੇ। ਅਤੇ ਜੇਕਰ ਕੋਈ ਵਿਅਕਤੀ ਲੰਬੇ ਸਮੇਂ ਤੱਕ ਬਿਮਾਰ ਹੈ ਤਾਂ ਉਸ ਦਾ ਲੋਕਤੰਤਰ ਦੇ ਵਿੱਚ ਕੋਈ ਵੀ ਉਸ ਦਾ ਲਗਾਓ ਨਹੀਂ ਰਹਿ ਜਾਂਦਾ। ਅਤੇ ਕਈ ਵਾਰ ਤਾਂ ਵਿਅਕਤੀ ਸੋਚਣ ਲੱਗ ਜਾਂਦਾ ਕੀ ਲੈਣਾ ਇਸ ਦੁਨੀਆ ਤੋਂ, ਇੱਕ ਦਿਨ ਮਰ ਹੀ ਜਾਣਾ, ਕਿਉਂਕਿ ਉਸਨੂੰ ਲੱਗਦਾ ਵੀ ਮੈਂ ਬਿਮਾਰ ਹਾਂ, ਕਿਤੇ ਮੈਨੂੰ ਮੌਤ ਨਾ ਆ ਜਾਵੇ। ਤਾਂ ਕਰਕੇ ਉਸ ਦਾ ਲੋਕਤੰਤਰ ਨਾਲ ਕੋਈ ਤਾਲੁਕਾਤ ਨਹੀਂ ਰਹਿੰਦਾ। ਜਾਤੀਵਾਦ ਅਤੇ ਸੰਪਰਦਾਇਕਤਾ। ਵੱਖ ਵੱਖ ਜਾਤੀਆਂ ਅਤੇ ਸੰਪਰਦਾਵਾਂ ਲਈ ਵਿਸ਼ੇਸ਼ ਝੁਕਾਅ ਲੋਕਤੰਤਰ ਲਈ ਹਾਨੀਕਾਰਕ ਹੈ। ਸਿਰਫ ਆਪਣੀ ਜਾਤੀ ਤੱਕ ਹੀ ਸੀਮਿਤ ਰਹਿ ਜਾਣਾ, ਜਿਵੇਂ ਸਾਡੇ ਅੱਜ ਕੱਲ੍ਹ ਕਈ ਰਾਜਨੀਤਿਕ ਦਲ ਹਨ ਜੋ ਜਾਤੀ 'ਤੇ ਆਧਾਰਿਤ ਹਨ, ਤਾਂ ਉਹ ਰਾਜਨੀਤਿਕ ਦਲ ਜਾਤੀ ਦੇ ਨਾਂ 'ਤੇ ਹੀ ਰਾਜਨੀਤੀ ਕਰਦੇ ਹਨ, ਭਾਵ ਲੋਕਾਂ ਨੂੰ ਉਕਸਾਉਂਦੇ ਹਨ। ਕਈ ਦਲ ਤਾਂ ਸਿਰਫ ਇੱਕ ਹੀ ਜਾਤੀ ਨਾਲ ਸੰਬੰਧ ਰੱਖਦੇ ਨੇ ਅਤੇ ਉਹ ਉਸ ਜਾਤੀ ਦੇ ਲੋਕਾਂ ਦਾ ਝੁਕਾਓ ਸਿਰਫ ਉਸ ਦਲ ਵੱਲ ਹੀ ਜਾਂਦਾ ਹੈ। ਅਤੇ ਬਾਕੀ ਦੇ ਰਾਜਨੀਤਿਕ ਦਲ ਹੁੰਦੇ ਹਨ, ਚਾਹੇ ਉਹ ਲੋਕਾਂ ਨਾਲ ਚੰਗਾ ਕਰਨ, ਚਾਹੇ ਮਾੜਾ ਕਰਨ, ਚਾਹੇ ਕੁਝ ਵੀ ਕਰਨ, ਚਾਹੇ ਉਹਨਾਂ ਦੀ ਲੋਕਤੰਤਰ ਦੇ ਪ੍ਰਤੀ ਕੋਈ ਵੀ ਰਾਏ ਹੈ, ਤਾਂ ਉਹ ਉਸ ਜਾਤੀ ਦੇ ਨਾਂ 'ਤੇ ਬਣਾਏ ਗਏ ਰਾਜਨੀਤਿਕ ਦਲ ਤੋਂ ਲੋਕ ਬਾਹਰ ਨਹੀਂ ਨਿਕਲ ਸਕਦੇ। ਅਤੇ ਫਿਰ ਜਾਤੀ ਦੇ ਆਧਾਰ 'ਤੇ ਹੀ ਵੋਟਾਂ ਮੰਗੀਆਂ ਜਾਂਦੀਆਂ ਨੇ, ਜਾਤੀ ਦੇ ਆਧਾਰ 'ਤੇ ਰਾਜਨੀਤੀ ਕੀਤੀ ਜਾਂਦੀ ਹੈ। ਜੋ ਲੋਕਤੰਤਰ ਦੇ ਨਾਂ ਦੇ ਰਸਤੇ ਵਿੱਚ ਬਹੁਤ ਵੱਡੀ ਰੁਕਾਵਟ ਹੈ। ਫਿਰ ਸੰਪਰਦਾਇ। ਆਪਣੇ ਆਪਣੇ ਸੰਪਰਦਾਇ ਨੂੰ ਮੁੱਖ ਰੱਖਣਾ, ਸੰਪਰਦਾਇ ਦੇ ਨਾਂ 'ਤੇ ਦੰਗੇ ਭੜਕ ਜਾਂਦੇ ਨੇ, ਜਿਸ ਦੇ ਵਿੱਚ ਨੁਕਸਾਨ ਕਿਹਦਾ ਹੁੰਦਾ, ਸਾਡੇ ਲੋਕਾਂ ਦਾ ਹੀ ਹੁੰਦਾ ਹੈ। ਅਨਪੜ੍ਹਤਾ। ਅਨਪੜ੍ਹ ਵਿਅਕਤੀ ਲੋਕਤੰਤਰਿਕ ਮਾਮਲਿਆਂ ਵਿੱਚ ਸਕਾਰਾ ਭੂਮਿਕਾ ਨਹੀਂ ਨਿਭਾ ਸਕਦਾ, ਉਹ ਧੋਖੇ ਦਾ ਸ਼ਿਕਾਰ ਹੋ ਜਾਂਦਾ ਹੈ। ਜੋ ਅਨਪੜ੍ਹ ਵਿਅਕਤੀ ਹੈ, ਪਹਿਲੀ ਗੱਲ ਤਾਂ ਉਸ ਨੂੰ ਲੋਕਤੰਤਰ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ, ਜਾਣਕਾਰੀ ਨਹੀਂ ਹੁੰਦੀ, ਅਤੇ ਬਾਕੀ ਵੋਟਾਂ ਦੇ ਦੌਰਾਨ ਉਹਨਾਂ ਅਨਪੜ੍ਹ ਲੋਕਾਂ ਦਾ ਸ਼ੋਸ਼ਣ ਹੁੰਦਾ ਹੈ। ਉਹਨਾਂ ਨੂੰ ਰਾਜਨੀਤਿਕ ਦਲ ਆਪਣੀਆਂ ਗੱਲਾਂ ਵਿੱਚ ਲਿਆ ਕੇ ਕਿਵੇਂ ਨਾ ਕਿਵੇਂ ਕਰਕੇ ਇੱਕ ਵਾਰੀ ਉਹਨਾਂ ਤੋਂ ਵੋਟਾਂ ਪਵਾ ਲੈਂਦੇ ਨੇ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਤਾਂ ਜੋ ਅਨਪੜ੍ਹਤਾ ਹੈ, ਇਹ ਵੀ ਲੋਕਤੰਤਰਿਕ ਮਾਮਲਿਆਂ ਵਿੱਚ, ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਹੈ। ਗਰੀਬ ਵਿਅਕਤੀ ਆਪਣੀ ਵੋਟ ਵੇਚਣ ਲਈ ਮਜਬੂਰ ਹੋ ਸਕਦਾ ਹੈ। ਉਹ ਆਪਣੇ ਵਿਚਾਰ ਵੀ ਸੁਤੰਤਰ ਰੂਪ ਵਿੱਚ ਨਹੀਂ ਪ੍ਰਗਟ ਕਰ ਸਕਦਾ। ਜੋ ਗਰੀਬ ਵਿਅਕਤੀ ਹੈ, ਪਹਿਲੀ ਗੱਲ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਮੁੱਢਲੀਆਂ ਲੋੜਾਂ, ਰੋਟੀ, ਕੱਪੜਾ, ਮਕਾਨ ਤੱਕ ਦੀ ਸੋਚ ਹੁੰਦੀ ਹੈ। ਦਿਨ ਚੜ੍ਹਦਾ ਹੈ, ਉਸ ਨੂੰ ਸੋਚ ਹੁੰਦੀ ਹੈ ਕਿ ਕੰਮ ਮਿਲੂ ਕਿ ਨਹੀਂ ਮਿਲੂ, ਰੁਜ਼ਗਾਰ ਮਿਲੂਗਾ ਕਿ ਨਹੀਂ ਮਿਲੂਗਾ। ਫਿਰ ਇਹ ਸੋਚ ਹੁੰਦੀ ਹੈ ਪਤਾ ਨਹੀਂ ਸ਼ਾਮ ਦੀ ਰੋਟੀ ਘਰੇ ਬਣੂਗੀ ਕਿ ਨਹੀਂ ਬਣੂਗੀ।
ਫਿਰ ਐਵੇਂ ਹੀ ਕਰਦੇ ਰਾਤ ਲੰਘ ਜਾਂਦੀ ਹੈ। ਫਿਰ ਸਵੇਰੇ ਉੱਠਣ ਸਾਰ ਫਿਰ ਸੋਚ ਲੱਗ ਜਾਂਦੀ ਹੈ ਕਿ ਜੋ ਲੋੜਾਂ ਨੇ ਗੀਆਂ ਉਹ ਕਿਵੇਂ ਪੂਰੀਆਂ ਕਰਾਂਗੇ। ਤਾਂ ਫਿਰ ਵੋਟਾਂ ਦੇ ਦੌਰਾਨ ਕੀ ਹੁੰਦਾ, ਜੋ ਦਲ ਹੁੰਦੇ ਨੇ ਰਾਜਨੀਤਿਕ ਦਲ, ਉਹਨਾਂ ਗਰੀਬ ਲੋਕਾਂ ਨੂੰ ਖਰੀਦ ਲੈਂਦੇ ਨੇ, ਉਹਨਾਂ ਨੂੰ ਲਾਲਚ ਦਿੰਦੇ ਨੇ, ਤੁਹਾਨੂੰ ਇੱਕ ਵੋਟ ਦਾ 10,000 ਰੁਪਇਆ ਦੇਵਾਂਗੇ, ਇੱਕ ਵੋਟ ਦਾ 20,000 ਰੁਪਇਆ ਦੇਵਾਂਗੇ। ਤਾਂ ਉਹ ਮਜਬੂਰ ਹੋ ਜਾਂਦੇ ਨੇ ਆਪਣੀ ਗਰੀਬੀ ਦੇ ਕਾਰਨ। ਅਤੇ ਇੱਕ ਵਾਰੀ ਦਲ ਆਪਣੀ ਸਰਕਾਰ ਬਣਾ ਕੇ ਬਹੁਮਤ ਪ੍ਰਾਪਤ ਕਰਕੇ ਬਾਅਦ ਦੇ ਵਿੱਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਕਿ ਤੂੰ ਗਰੀਬ ਹੋ, ਤੇਰੀ ਗਰੀਬੀ ਕਿੱਥੇ ਕੁ ਪਹੁੰਚੀ ਆ, ਭਾਵ ਤੇਰੀ ਆਰਥਿਕ ਹਾਲਤ ਅੱਗੇ ਨੂੰ ਵਧੀ ਹੈ ਜਾਂ ਘਟੀ ਹੈ, ਅੱਗੇ ਨੂੰ ਵਧੀਆ ਹੋਈ ਹੈ ਜਾਂ ਘਟੀਆ ਹੋਈ ਹੈ, ਕੋਈ ਨਹੀਂ ਪੁੱਛਦਾ। ਕਿਸੇ ਨੂੰ ਕੋਈ ਤਾਲੁਕਾਤ ਨਹੀਂ ਰਹਿ ਜਾਂਦਾ, ਸਿਰਫ ਅਤੇ ਸਿਰਫ ਹੁੰਦਾ ਗਾ ਆਪਣੀ ਸਰਕਾਰ ਬਣਾਉਣ ਤੱਕ ਦਾ ਮਤਲਬ। ਤਾਂ ਗਰੀਬੀ ਵੀ ਲੋਕਤੰਤਰ ਦੇ ਰਸਤੇ ਵਿੱਚ ਬਹੁਤ ਵੱਡੀ ਰੁਕਾਵਟ ਹੈ। ਪਹਿਲੀ ਗੱਲ ਤਾਂ ਗਰੀਬ ਵਿਅਕਤੀ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਆਲੇ ਦੁਆਲੇ ਕੀ ਹੋ ਰਿਹਾ। ਸਿਰਫ ਸਵੇਰੇ ਕੰਮ 'ਤੇ ਜਾਂਦਾ, ਸ਼ਾਮ ਨੂੰ ਥੱਕ ਕੇ ਆ ਕੇ ਸੌਂ ਜਾਂਦਾ, ਸਵੇਰੇ ਜਾਂਦਾ ਫਿਰ ਸੌਂ ਜਾਂਦਾ, ਸਵੇਰੇ ਜਾਂਦਾ ਸ਼ਾਮ ਨੂੰ ਵਾਪਸ ਆ ਫਿਰ ਸੌਂ ਜਾਂਦਾ। ਇੰਨਾ ਕੁ ਉਹਦੀ ਜ਼ਿੰਦਗੀ ਹੁੰਦੀ ਹੈ। ਅਤੇ ਕਦੇ ਕੰਮ ਕਰਦੇ ਹੋਏ ਜਾਨ ਨਿਕਲ ਜਾਂਦੀ ਹੈ। ਅਤੇ ਇਸ ਤਰ੍ਹਾਂ ਜ਼ਿੰਦਗੀ ਲੰਘ ਜਾਂਦੀ ਹੈ ਗਰੀਬ ਵਿਅਕਤੀ ਦੀ। ਅਤੇ ਜੇ ਹੋ ਸਕਦਾ ਵੋਟਾਂ ਦੇ ਦੌਰਾਨ ਉਹਨੂੰ ਪੈਸੇ ਦਾ ਲਾਲਚ ਦੇ ਕੇ ਵੋਟਾਂ ਪਵਾ ਲੈਂਦੇ ਨੇ, ਬਾਅਦ ਦੇ ਵਿੱਚ ਉਸ ਨੂੰ ਕੋਈ ਨਹੀਂ ਪੁੱਛਦਾ। ਅਤੇ ਗਰੀਬੀ ਸਭ ਤੋਂ ਵੱਡੀ ਲਾਹਨਤ ਹੈ ਲੋਕਤੰਤਰ। ਆਲਸ ਅਤੇ ਨਿਰਾਸ਼ਤਾ। ਆਲਸੀ ਅਤੇ ਨਿਰਾਸ਼ ਵਿਅਕਤੀ ਲੋਕਤੰਤਰ ਦਾ ਕੋਈ ਭਲਾ ਨਹੀਂ ਕਰ ਸਕਦੇ। ਜੋ ਵਿਅਕਤੀ ਆਲਸੀ ਨੇ, ਕੁਝ ਵਿਅਕਤੀ ਅਜਿਹੇ ਹੁੰਦੇ ਨੇ ਜੋ ਆਪਣੇ ਲਈ ਕੁਝ ਨਹੀਂ ਕਰ ਸਕਦੇ। ਜੇਕਰ ਪਾਣੀ ਪੀਣਾ ਹੈ ਉਹ ਵੀ ਕਿਸੇ ਨੂੰ ਕਹਿੰਦੇ ਨੇ ਮੈਨੂੰ ਪਾਣੀ ਪਿਲਾ ਦੇ, ਉੱਠ ਕੇ ਪਾਣੀ ਨਹੀਂ ਪੀ ਸਕਦੇ। ਜਿਹੜੇ ਵਿਅਕਤੀ ਆਲਸੀ ਨੇ ਉਹ ਲੋਕਤੰਤਰ ਬਾਰੇ ਤਾਂ ਸੋਚ ਵੀ ਨਹੀਂ ਸਕਦੇ, ਉਹ ਆਪਣੇ ਸਮੁੱਚੇ ਸਮਾਜ ਬਾਰੇ, ਆਪਣੇ ਆਲੇ ਦੁਆਲੇ ਬਾਰੇ ਤਾਂ ਉਹ ਕੁਝ ਸੋਚ ਹੀ ਨਹੀਂ ਸਕਦੇ। ਤਾਂ ਕਰਕੇ ਆਲਸ ਅਤੇ ਨਿਰਾਸ਼ਤਾ ਵੀ ਲੋਕਤੰਤਰ ਲਈ ਰੁਕਾਵਟ ਹੈ। ਬਹੁ ਵਿਕਲਪੀ ਪ੍ਰਸ਼ਨ। ਖੇਤਰਵਾਦ ਦੀ ਭਾਵਨਾ ਦਾ ਕੀ ਪ੍ਰਭਾਵ ਪੈਂਦਾ ਹੈ? ਖੇਤਰਵਾਦ ਦੀ ਭਾਵਨਾ ਨਾਲ ਰਾਸ਼ਟਰੀ ਏਕਤਾ ਭੰਗ ਹੋ ਜਾਂਦੀ ਹੈ, ਭਾਵ ਰਾਸ਼ਟਰੀ ਏਕਾ ਖੰਡ ਹੋ ਜਾਂਦਾ, ਟੋਟੇ ਹੋ ਜਾਂਦਾ। ਆਪਣੇ ਆਪਣੇ ਖੇਤਰਾਂ ਦੇ ਤੱਕ ਲੋਕ ਸੀਮਤ ਰਹਿ ਜਾਂਦੇ ਹਨ। ਅਨਪੜ੍ਹ ਵਿਅਕਤੀ ਨਾਲ ਲੋਕਤੰਤਰੀ ਮਾਮਲਿਆਂ ਸੰਬੰਧੀ ਕੀ ਹੋ ਸਕਦਾ ਹੈ? ਧੋਖੇ ਦਾ ਸ਼ਿਕਾਰ। ਜੋ ਅਨਪੜ੍ਹ ਵਿਅਕਤੀ ਹੈ ਉਹ ਧੋਖੇ ਦਾ ਸ਼ਿਕਾਰ ਹੋ ਸਕਦਾ ਹੈ। ਜਾਤੀਵਾਦ ਅਤੇ ਸੰਪਰਦਾਇਕ ਲੋਕਤੰਤਰ ਲਈ ਕੀ ਹਨ? ਜਾਤੀਵਾਦ ਅਤੇ ਸੰਪਰਦਾਇਕ ਲੋਕਤੰਤਰ ਲਈ ਕੀ ਹਨ? ਹਾਨੀਕਾਰਕ ਹਨ। ਜਾਤੀਵਾਦ ਅਤੇ ਸੰਪਰਦਾਇਕ ਲੋਕਤੰਤਰ ਲਈ ਹਾਨੀਕਾਰਕ ਹਨ। ਖਾਲਿਸਤਾਨ ਭਰੋ। ਤੋਂ ਪੀੜਤ ਵਿਅਕਤੀ ਦੀ ਲੋਕਤਾਂਤਰਿਕ ਮਾਮਲਿਆਂ ਵਿੱਚ ਕੋਈ ਰੁਚੀ ਨਹੀਂ ਹੁੰਦੀ। ਕਿਸ ਤੋਂ ਪੀੜਤ? ਅਸੀਂ ਹੁਣੇ ਪੜ੍ਹਿਆ ਕਿ ਲੰਮੀ ਬਿਮਾਰੀ। ਪਹਿਲੀ ਖਾਲਿਸਤਾਨ, ਲੰਮੀ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਲੋਕਤਾਂਤਰਿਕ ਮਾਮਲਿਆਂ ਵਿੱਚ ਕੋਈ ਰੁਚੀ ਨਹੀਂ ਹੁੰਦੀ। ਲੰਮੀ ਬਿਮਾਰੀ ਤੋਂ ਪੀੜਤ। ਅਗਲਾ ਖਾਲਿਸਤਾਨ ਦੀ ਭਾਵਨਾ ਲੋਕਾਂ ਦੀ ਸੋਚ ਨੂੰ ਸੰਕੀਰਣ ਬਣਾ ਦਿੰਦੀ ਹੈ। ਕਿਸ ਦੀ ਭਾਵਨਾ? ਅਸੀਂ ਹੁਣੇ ਪੜ੍ਹਿਆ ਗਾ ਵਿਅਕਤੀ ਦੀ ਸੋਚ ਨੂੰ ਸੰਕੀਰਣ ਬਣਾ ਦਿੰਦੀ ਹੈ। ਖੇਤਰਵਾਦ ਦੀ ਭਾਵਨਾ ਵਿਅਕਤੀ ਦੀ ਸੋਚ ਨੂੰ ਸੰਕੀਰਣ ਬਣਾ ਦਿੰਦੀ ਹੈ। ਇਹ ਦੂਜੀ ਖਾਲਿਸਤਾਨ। ਲੰਮੀ ਬਿਮਾਰੀ ਤੋਂ ਪੀੜਤ, ਇਹ ਪਹਿਲੀ ਖਾਲਿਸਤਾਨ। ਇਹ ਅਸੀਂ ਖਾਲਿਸਤਾਨ ਕਰ ਰਹੇ ਹਾਂ। ਸਹੀ ਜਾਂ ਗਲਤ? ਆਲਸੀ ਅਤੇ ਨਿਰਾਸ਼ ਵਿਅਕਤੀ ਲੋਕਤੰਤਰ ਦਾ ਕੋਈ ਭਲਾ ਨਹੀਂ ਕਰ ਸਕਦਾ। ਬਿਲਕੁਲ ਸਹੀ ਹੈ। ਅਨਪੜ੍ਹ ਵਿਅਕਤੀ ਲੋਕਤੰਤਰਿਕ ਮਾਮਲਿਆਂ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਂਦਾ ਹੈ। ਗਲਤ ਹੈ। ਉਸ ਦਾ ਕੋਈ ਇੰਟਰਸਟ ਨਹੀਂ ਹੁੰਦਾ। ਜੇਕਰ ਅਸੀਂ ਦੁਬਾਰਾ ਦੇਖੀਏ ਤਾਂ ਖੇਤਰਵਾਦ ਦੀ ਭਾਵਨਾ ਦਾ ਕੀ ਪ੍ਰਭਾਵ ਪੈਂਦਾ? ਰਾਸ਼ਟਰੀ ਏਕਤਾ ਭੰਗ ਹੁੰਦੀ ਹੈ। ਅਨਪੜ੍ਹ ਵਿਅਕਤੀ ਨਾਲ ਲੋਕਤੰਤਰਿਕ ਮਾਮਲਿਆਂ ਸੰਬੰਧੀ ਕੀ ਹੋ ਸਕਦਾ ਹੈ? ਧੋਖੇ ਦਾ ਸ਼ਿਕਾਰ। ਜਾਤੀਵਾਦ ਅਤੇ ਸੰਪਰਦਾਇਕ ਲੋਕਤੰਤਰ ਲਈ ਕੀ ਹਨ? ਹਾਨੀਕਾਰਕ। ਇਹ 3 ਕੁਐਸਚਨ ਅਸੀਂ ਨੇ ਕੀਤੇ ਨੇ। ਰਾਸ਼ਟਰੀ ਏਕਤਾ ਭੰਗ ਹੋ ਜਾਂਦੀ ਹੈ ਖੇਤਰਵਾਦ ਦੀ ਭਾਵਨਾ ਨਾਲ, ਅਨਪੜ੍ਹ ਵਿਅਕਤੀ ਨਾਲ ਧੋਖਾ ਹੋ ਸਕਦਾ, ਅਤੇ ਜਾਤੀਵਾਦ ਅਤੇ ਸੰਪਰਦਾਇਕ ਲੋਕਤੰਤਰ ਲਈ ਹਾਨੀਕਾਰਕ ਹਨ। ਫਿਰ ਖਾਲਿਸਤਾਨ
ਲੰਮੀ ਬਿਮਾਰੀ ਤੋਂ ਪੀੜਤ ਪਹਿਲੀ ਖਾਲਿਸਤਾਨ, ਖੇਤਰਵਾਦ ਦੀ ਭਾਵਨਾ ਦੂਜਾ ਖਾਲਿਸਤਾਨ। ਇਸੇ ਤਰ੍ਹਾਂ ਅੰਗਰੇਜ਼ੀ ਮੀਡੀਅਮ ਵਿੱਚ ਵਾਟ ਇਜ਼ ਦਾ ਇਫੈਕਟ ਆਫ ਰੀਜਨਲ ਸੈਂਟੀਮੈਂਟਸ ਔਨ ਡੈਮੋਕ੍ਰੇਸੀ, ਡਿਸਰਪਸ਼ਨ ਆਫ ਨੈਸ਼ਨਲ ਯੂਨਿਟੀ, ਦੇਸ਼ ਦੀ ਏਕਤਾ ਨੂੰ ਖਤਰਾ ਹੋ ਜਾਂਦਾ, ਭੰਗ ਹੋ ਜਾਂਦੀ ਹੈ। ਵਟ ਕੈਨ ਹੈਪਨ ਟੂ ਐਨ ਇਲਟਰੇਟ ਅਨਪੜ੍ਹ ਪਰਸਨ ਰਿਗਾਰਡਿੰਗ ਡੈਮੋਕ੍ਰੈਟਿਕ ਮੈਟਰਸ, ਵਿਕਟਮਸ ਆਫ ਡਿਸੈਪਸ਼ਨ, ਧੋਖੇ ਦਾ ਸ਼ਿਕਾਰ ਹੋ ਸਕਦਾ। ਵਟ ਵਾਜ ਦਾ ਕਸਟਮ ਐਂਡ ਕਮਿਊਨਲਿਜ਼ਮ ਫॉर ਡੈਮੋਕ੍ਰੇਸੀ, ਹਾਰਮਫੁਲ, ਹਾਨੀਕਾਰਕ ਹੈ, ਹਾਰਮਫੁਲ ਹੈ। A person suffering from illness, chronic illness, first fill. A person suffering from chronic illness, ਲੰਬੀ ਬਿਮਾਰੀ ਤੋਂ ਉਸਦਾ ਕੋਈ ਵੀ ਇੰਟਰਸਟ ਨਹੀਂ ਹੁੰਦਾ, ਉਸਦਾ ਕੋਈ ਵੀ ਇੰਟਰਸਟ ਨਹੀਂ ਹੁੰਦਾ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ। ਫੀਲਿੰਗ ਆਫ ਰੀਜਨਲ, ਖੇਤਰਵਾਦ। ਫੀਲਿੰਗ ਆਫ ਜਿਹੜਾ ਸੈਕਿੰਡ ਫਿਲਅਪ ਹੈ ਉਸ ਦੇ ਵਿੱਚ ਆਵੇਗਾ ਫੀਲਿੰਗ ਆਫ ਰੀਜਨਲ। ਰੀਜਨਲਿਜ਼ਮ ਹੁੰਦਾ ਗਾ ਖੇਤਰਵਾਦ, ਸੈਕਿੰਡ ਫਿਲਅਪ। chronic illness, first fill up. Chronic illness, first fill up, fill in the blank. Second fill in the blank. True, false, a lazy and frustrated person cannot any good for democracy. True, ਕੁਝ ਨਹੀਂ ਕਰ ਸਕਦਾ ਸੁਸਤ ਤੇ ਆਲਸੀ ਬੰਦਾ, ਸੁਸਤ ਬੰਦਾ। An illiterate person plays a positive role in democratic affairs. ਅਨਪੜ੍ਹ ਵਿਅਕਤੀ ਵਧੀਆ ਰੋਲ ਨਿਭਾਉਂਦਾ ਲੋਕਤੰਤਰ 'ਚ। ਪੋਜ਼ੀਟਿਵ, ਫਾਲਸ, ਉਸ ਦਾ ਕੋਈ ਰੋਲ ਨਹੀਂ ਹੁੰਦਾ, ਉਸ ਨੂੰ ਕੁਝ ਨਹੀਂ ਪਤਾ ਹੁੰਦਾ ਜ਼ਿਆਦਾਤਰ ਕੋਈ ਲੋਕਤੰਤਰ ਬਾਰੇ, ਉਹ ਧੋਖੇ ਦਾ ਸ਼ਿਕਾਰ ਹੋ ਸਕਦਾ। ਇਸ ਤਰ੍ਹਾਂ ਅਸੀਂ ਨੇ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਇਹ ਕੁਐਸਚਨ ਆਨਸਰ ਕੀਤੇ ਹਨ। ਵੱਧ ਤੋਂ ਵੱਧ ਬੱਚਿਆਂ ਨੂੰ ਵੀਡੀਓ ਅੱਗੇ ਭੇਜੋ ਤਾਂ ਜੋ ਉਹਨਾਂ ਦਾ ਫਾਇਦਾ ਹੋ ਸਕੇ। ਧੰਨਵਾਦ।